This is Sherry Punjab Radio, AM 600, Vancouver. ਦੇਸ਼ ਦੇ ਹਾਲਾਤ ਕੀ ਨੇ? ਬੇਸ਼ੱਕ ਮਿਊਨਿਸਪਲ ਚੋਣਾਂ ਦਾ ਜ਼ੋਰ ਇਸ ਵੇਲੇ ਸਿਰੇ ਦੇ ਉੱਤੇ ਚੜ੍ਹਿਆ ਹੋਇਆ, ਬੁਖਾਰ ਪੂਰਾ ਸਿਰੇ 'ਤੇ ਹੈ, ਪਰ ਨੈਸ਼ਨਲ ਪੱਧਰ 'ਤੇ ਗੱਲ ਕਰਦੇ ਹਾਂ ਤਾਂ ਅਸੀਂ ਉਹਨਾਂ ਜਿਹੜੇ ਕਰੰਟ ਇਸ਼ੂਜ਼ ਬਾਰੇ ਸੰਖੇਪ ਜੀ ਗੱਲਬਾਤ ਕਰਨਾ ਚਾਹ ਰਹੇ ਹਾਂ। ਸਾਡੇ ਨਾਲ ਸ਼ਾਮਲ ਨੇ ਬਹੁਤ ਹੀ ਸਤਿਕਾਰਯੋਗ ਫੈਡਰਲ NDP ਦੇ ਆਗੂ ਸਰਦਾਰ ਜਗਮੀਤ ਸਿੰਘ ਹੋਣੀ। ਉਹਨਾਂ ਨਾਲ ਜਿਹੜੇ ਕਰੰਟ ਕੁਝ ਮੁੱਦੇ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਆਪਾਂ। ਸਰਦਾਰ ਜਗਮੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ, ਵੈਲਕਮ। ਰੋਮਾਨਾ ਸਾਹਿਬ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ। ਸਤਿ ਸ਼੍ਰੀ ਅਕਾਲ ਜੀ, ਸਮਾਂ ਕੱਢ ਰਹੇ ਤੁਸੀਂ, ਬਹੁਤ ਬਹੁਤ ਧੰਨਵਾਦ। ਕੱਲ੍ਹ ਪਰਸੋਂ ਦਾ ਤੁਹਾਡਾ ਇੱਕ ਬਿਆਨ ਸੀਗਾ, ਸਾਨੂੰ ਚੰਗਾ ਲੱਗਿਆ, ਗੱਲ ਪਤੇ ਦੀ ਹੈ ਅਤੇ ਆਮ ਲੋਕਾਂ ਨੂੰ ਬੜੀ ਜਚੀ ਗੱਲ ਉਹ, ਤੁਸੀਂ ਉਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸਿਓ ਡੀਟੇਲਸ। ਪ੍ਰੋਫਿਟੀਅਰਿੰਗ ਕਿ ਜਿਹੜੇ ਵੱਡੇ ਵੱਡੇ ਸਟੋਰ ਨੇ, ਇਨਫਲੇਸ਼ਨ ਦਾ ਰੌਲਾ ਤਾਂ ਸਾਰੇ ਪਾਸੇ ਪਿਆ ਹੋਇਆ, ਇਨਫਲੇਸ਼ਨ ਦੀ ਦੁਹਾਈ ਪਾ ਕੇ ਤੇ ਉਹਨਾਂ ਨੇ ਭਾਅ ਚੱਕ ਤੇ ਇਹ ਦੋਸ਼ ਲੱਗਿਆ ਹੋਇਆ। ਤੇ ਅੱਜ ਸੋਬੀ ਸੇਫਵੇ ਤੇ ਉਹਨਾਂ ਦੇ ਕਿਸੇ CEO ਨੇ ਰਿਐਕਟ ਵੀ ਕੀਤਾ ਹੈਗਾ ਕਿ ਗੱਲ ਗਲਤ ਹੈ ਜੀ। ਸੋ ਪਹਿਲਾਂ ਤਾਂ ਇੱਕ ਥੋੜੀ ਸਮਝਣ ਵਾਲੀ ਗੱਲ ਹੈ ਕਿ ਆਮ ਤੌਰ ਤੇ ਇਨਫਲੇਸ਼ਨ ਦੋ ਕਿਸਮ ਦੇ ਹੁੰਦੇ ਨੇ। ਇੱਕ ਤਾਂ ਜਦੋਂ ਕਈ ਵਾਰੀ ਵੇਜਸ ਬਹੁਤ ਹੀ ਜ਼ਿਆਦਾ ਹਾਈ ਹੁੰਦੇ ਨੇ ਤਾਂ ਉਹਦੇ ਕਰਕੇ ਇਨਫਲੇਸ਼ਨ ਹੋ ਸਕਦਾ। ਹੁਣ ਐਤਕੀ ਆਪਣੇ ਤੁਸੀਂ ਸਾਰਿਆਂ ਨੂੰ ਪੁੱਛੋ, ਸਾਨੂੰ ਸਾਫ਼ ਦਿਸਦਾ ਕਿ ਵੇਜਸ ਸਗੋਂ ਇਨਫਲੇਸ਼ਨ ਤੋਂ ਘੱਟ ਵਧੇ, ਮਤਲਬ ਇਨਫਲੇਸ਼ਨ ਜ਼ਿਆਦਾ ਵਧਿਆ ਤੇ ਵੇਜਸ ਆਪਣੇ ਤਨਖਾਹਾਂ ਉਹ ਨਹੀਂ ਵਧੇ। ਘਰ ਦੀ ਕੀਮਤਾਂ ਦੇਖੋ, ਮਹਿੰਗਾਈ ਦੇਖੋ, ਜਿਹੜਾ ਤਨਖਾਹਾਂ ਨੇ ਉਹ ਵਧੇ ਨਹੀਂ ਹੈਗੇ, ਪਰ ਜਿਹੜੀ ਮਹਿੰਗਾਈ ਬਹੁਤ ਜ਼ਿਆਦਾ ਵਧੀ ਹੈ ਤੁਸੀਂ ਪਿਛਲੇ ਦਹਾਕਿਆਂ ਤੋਂ ਦੇਖੋ। ਸੋ ਆਪਾਂ ਫਿਰ ਦੇਖਿਆ ਕਿ ਫਿਰ ਕਾਰਨ ਕੀ ਹੈ, ਜੇ ਲੋਕਾਂ ਦੇ ਤਨਖਾਹਾਂ ਨਹੀਂ ਵਧੇ ਤਾਂ ਫਿਰ ਕੀ ਹੋ ਰਿਹਾ। ਫਿਰ ਆਪਾਂ ਦੇਖਿਆ ਕਿ ਵੱਡੇ ਵੱਡੇ ਜਿਹੜੇ ਗਰੋਸਰੀ ਚੇਨ ਤੇ ਐਕਚੁਅਲੀ ਸਾਰੇ ਜਿਹੜੇ ਵੱਡੇ ਕੋਰਪੋਰੇਸ਼ਨ ਕੈਨੇਡਾ ਪਰ ਉਹਨਾਂ ਨੇ ਵੱਧ ਤੋਂ ਵੱਧ ਪ੍ਰੋਫਿਟ ਡਿਕਲੇਅਰ ਕੀਤਾ। ਮਤਲਬ ਇਹਨਾਂ ਨੇ ਆਪਣੇ ਪ੍ਰਾਈਸਿਸ ਤਾਂ ਨੂੰ ਚੱਕ ਤੇ ਉਹਨਾਂ ਦੇ ਖਰਚੇ ਤੋਂ ਵੀ ਜ਼ਿਆਦਾ, ਕਿਉਂਕਿ ਜੇ ਖਰਚੇ ਵਧੇ ਤੇ ਉਹਨਾਂ ਨੇ ਆਪਣੇ ਕੀਮਤਾਂ ਵੀ ਨਾਲ ਦੇ ਨਾਲ ਵਧਾਏ ਤਾਂ ਫਿਰ ਉਹਨਾਂ ਦੀ ਪ੍ਰੋਫਿਟਸ ਉਵੇਂ ਰਹਿਣੇ ਸੀਗੇ। ਪਰ ਆਪਾਂ ਦੇਖ ਰਹੇ ਹਾਂ ਕਿ ਗਰੋਸਰੀ ਸਟੋਰ ਸੈਕਟਰ ਦੇ ਵਿੱਚ ਜਿਹੜੇ ਉਹਨਾਂ ਦੇ CEOs ਨੂੰ ਵੱਡੇ ਵੱਡੇ ਬੋਨਸ ਮਿਲ ਰਹੇ ਨੇ। ਬੋਨਸ ਤਾਂ ਕਿਸੇ CEO ਨੂੰ ਮਿਲਦਾ ਜਦੋਂ ਉਹ ਪ੍ਰੋਫਿਟ ਜ਼ਿਆਦਾ ਬਣਾਉਂਦੇ ਨੇ ਤੇ ਉਹ ਪ੍ਰੋਫਿਟ ਵੀ ਦਿਖਾਉਂਦੇ ਨੇ ਬਹੁਤ ਜ਼ਿਆਦਾ ਵਧੇ। ਸੋ ਆਪਾਂ ਹੁਣ ਕਹਿ ਰਹੇ ਹਾਂ ਕਿ ਸਾਨੂੰ ਫੂਡ ਪ੍ਰਾਈਸਿਸ ਦੇ ਉੱਤੇ ਇੱਕ ਖੋਜ ਕਰਨੀ ਚਾਹੀਦੀ ਹੈ, ਕਿਉਂਕਿ 2018 ਦੇ ਵਿੱਚ ਕੈਨੇਡਾ ਭਰ ਵੱਡੇ ਵੱਡੇ ਗਰੋਸਰੀ ਸਟੋਰਸ ਤੇ ਬ੍ਰੈਡ ਕੰਪਨੀਜ਼ ਨੇ ਇਕੱਠੇ ਹੋ ਕੇ ਰਲ ਕੇ ਬ੍ਰੈਡ ਦਾ ਕੀਮਤ ਨੂੰ ਵਧਾਇਆ। ਉਹਨੂੰ ਬ੍ਰੈਡ ਫਿਕਸਿੰਗ ਕਹਿੰਦੇ ਨੇ। ਉਹ ਹੋਇਆ, ਕਿੰਨੇ ਸਾਲ ਲੱਗੇ ਪਤਾ ਕਰਨ ਨੂੰ, ਪਰ ਜਦੋਂ ਪਤਾ ਲੱਗਿਆ ਸਾਫ਼ ਦੱਸਿਆ ਕਿ ਇਹ ਹੋ ਰਿਹਾ ਸੀ। ਤੇ ਉਸੇ ਤਰੀਕੇ 'ਚ ਸਾਨੂੰ ਇਹ ਸ਼ੱਕ ਹੈ ਕਿ ਗਰੋਸਰੀ ਸਟੋਰ ਕੰਪਨੀਜ਼ ਆਪਣੇ ਪ੍ਰੋਫਿਟ ਵਧਾ ਰਹੇ ਨੇ, ਕਿਉਂਕਿ ਆਪਾਂ ਦੇਖਦੇ ਹਾਂ ਹਰੇਕ ਚੀਜ਼ ਦੀ ਮਹਿੰਗਾਈ ਵੱਧ ਰਹੀ ਆ। ਆਪਾਂ ਸਬਜ਼ੀਆਂ ਖਰੀਦਦੇ ਹਾਂ, ਫਲ ਖਰੀਦਦੇ ਹਾਂ, ਪਰ ਜਿਹੜੇ ਕੰਮ ਕਰਦੇ ਨੇ ਲੋਕ ਉਹਨਾਂ ਦੇ ਤਨਖਾਹਾਂ ਨਹੀਂ ਵਧੇ। ਜਿਹੜੇ ਫਾਰਮਰਸ ਨੇ, ਕਿਸਾਨ, ਉਹਨਾਂ ਦੇ ਮਤਲਬ ਪੇ ਨਹੀਂ ਵਧਿਆ। ਸਿਰਫ ਔਰ ਸਿਰਫ ਜਿਹੜੀ ਗਰੋਸਰੀ ਸਟੋਰ ਦੀ ਕੰਪਨੀ ਉਹਨਾਂ ਦੀ ਪ੍ਰੋਫਿਟ ਵਧੇ, ਉਹਨਾਂ ਦੇ CEOs ਦੀ ਬੋਨਸ ਵਧੇ। ਇਸ ਕਰਕੇ ਆਪਾਂ ਇਹ ਇਲਜ਼ਾਮ ਲਾਇਆ ਤੇ ਆਪਾਂ ਇੱਕ ਮਤਾ ਵੀ ਪੇਸ਼ ਕੀਤਾ ਕਿ ਆਪਾਂ ਇਸ ਮਸਲੇ ਦਾ ਹੱਲ ਕਰੀਏ ਤੇ ਖੋਜ ਕਰੀਏ। ਸੋ ਉਹ ਜਿਹੜਾ ਵੋਟ ਹੁਣ ਕੁਛ ਥੋੜੇ ਦਿਨਾਂ 'ਚ ਪਾਰਲੀਮੈਂਟ ਦੇ ਵਿੱਚ ਕਮੇਟੀ ਦੇ ਵਿੱਚ ਹੋਊਗਾ ਤੇ ਆਪਾਂ ਫਿਰ ਦੇਖਾਂਗੇ ਕਿ ਕਿਹੜੇ ਕਿਹੜੇ ਪਾਰਟੀ ਸਾਡੇ ਨਾਲ ਲੋਕਾਂ ਦੇ ਹੱਕ ਬੁਲੰਦ ਕਰਨ ਵਾਸਤੇ ਤਿਆਰ ਨੇ, ਕਿ ਜਿਹੜੇ ਕਿਹੜੇ ਵੱਡੇ ਵੱਡੇ ਅਮੀਰ ਕੋਰਪੋਰੇਸ਼ਨ ਦੇ ਹੱਕ ਦੀ ਗੱਲ ਕਰਨਗੇ। ਸਰਦਾਰ ਜਗਮੀਤ ਸਿੰਘ ਜੀ, ਤੁਸੀਂ ਵਕੀਲ ਵੀ ਹੋ, ਤੁਸੀਂ ਪਾਰਟੀ ਦੇ ਆਗੂ ਵੀ ਹੋ। ਕੁਝ ਦਿਨ ਪਹਿਲਾਂ ਮੈਂ ਜਦੋਂ ਕਿਸੇ ਇਕੋਨਮਿਸਟ ਨਾਲ ਗੱਲਬਾਤ ਕਰ ਰਿਹਾ ਸੀਗਾ ਤਾਂ ਉਹਨਾਂ ਨੇ CEO ਦੀਆਂ ਵਧੀਆਂ ਹੋਈਆਂ ਜਿਹੜੀਆਂ ਸੈਲਰੀਜ਼ ਨੇ ਜਾਂ ਭੱਤੇ ਨੇ, ਜਿਹੜੇ ਬੋਨਸ ਵਗੈਰਾ ਸਾਰਾ ਕੁਝ ਦੀ ਵਕਾਲਤ ਕੀਤੀ। ਉਹ ਕਹਿੰਦੇ ਕਿ CEO ਦੇ ਕੰਮ ਨੂੰ ਤੁਸੀਂ ਐਂ ਨਹੀਂ ਦੇਖ ਸਕਦੇ ਕਿ ਵੀ ਇਹ ਤਨਖਾਹ ਕਿਉਂ ਲੈ ਗਿਆ। ਉਹ ਮਾੜੇ ਚੰਗੇ ਹਾਲਾਤਾਂ ਦੇ ਵਿੱਚ ਵੀ ਬਿਹਤਰ ਕਾਰਗੁਜ਼ਾਰੀ ਕਰਕੇ ਉਹਨੂੰ ਜਿਹੜਾ ਡਿਵੀਡੈਂਡਸ ਵਗੈਰਾ ਸਾਰਾ ਕੁਝ ਮਿਲਦਾ ਹੈਗਾ। ਇੱਕ ਤਾਂ ਇਹਦੇ 'ਤੇ ਕਮੈਂਟ ਕਰ ਦਿਓ। ਅਤੇ ਦੂਸਰਾ ਜਿਹੜਾ ਤੁਸੀਂ ਆਪ ਹੀ ਦੱਸਿਆ ਕਿ ਸਮਾਂ ਲੱਗ ਜਾਂਦਾ। ਹੁਣ ਤੁਸੀਂ ਤਾਂ ਕਹਿ ਰਹੇ ਹੋ ਕਿ ਕਾਨੂੰਨ ਬਣੇਗਾ ਜਾਂ ਪੜਤਾਲ ਹੋਏਗੀ, ਲੇਕਿਨ ਜਦੋਂ ਨੂੰ ਹੋਏਗੀ ਉਦੋਂ ਤੱਕ ਤਾਂ ਖਜ਼ਾਨਾ ਆਮ ਲੋਕਾਂ ਦੀਆਂ ਜੇਬਾਂ ਕੱਟੀਆਂ ਜਾ ਚੁੱਕੀਆਂ ਹੋਣਗੀਆਂ। ਸੋ ਇਮੀਡੀਏਟਲੀ ਲੋਕਾਂ ਨੂੰ ਫਾਇਦਾ ਤਾਂ ਨਾ ਹੋਇਆ ਜੇਕਰ ਅੱਜ ਤੋਂ 6 ਮਹੀਨੇ ਸਾਲ ਬਾਅਦ ਪਤਾ ਲੱਗਦਾ ਕਿ ਹਾਂ ਉਹਨਾਂ ਨੇ ਭਾਈ ਜਾਣ ਬੁੱਝ ਕੇ ਕੀਮਤਾਂ ਵਧਾਈਆਂ ਸੀ। ਬਹੁਤ ਅਹਿਮ ਸਵਾਲ ਹੈ। ਸੋ ਦੋ ਗੱਲਾਂ ਮੈਂ ਕਰਦਾ। ਇੱਕ ਤਾਂ ਜਿਹੜਾ ਤਨਖਾਹ ਆ ਉਹ ਤਾਂ ਥੋੜ੍ਹਾ ਜਿਹਾ ਫਿਕਸ ਹੁੰਦਾ, ਉਹਦੇ 'ਚ ਕੁਛ ਪੈਸੇ ਮਿਲਦੇ, ਕੁਛ ਸਟਾਕ ਆਪਸ਼ਨਸ ਮਿਲਦੇ CEOs ਨੂੰ, ਪਰ ਉਹਨਾਂ ਦੇ ਬੋਨਸ ਪਰਫੋਰਮੈਂਸ ਤੌਰ 'ਤੇ ਹੁੰਦਾ। ਸੋ ਜੇ ਆਪਾਂ ਕਿਸੇ CEO ਦੀ ਬੋਨਸ ਦੇਖੀਏ, ਜੇ ਉਹਨਾਂ ਦੇ ਬੋਨਸ ਵੱਧਦਾ
ਵੱਧਦਾ ਜ਼ਿਆਦਾ ਤਾਂ ਇਹ ਹੁੰਦਾ ਬੋਨਸ ਉਦੋਂ ਹੀ ਵੱਧਦਾ ਜਦੋਂ ਉਹ ਕੰਪਨੀ ਵਾਸਤੇ ਪ੍ਰੋਫਿਟ ਵਧਾਉਂਦੇ ਨੇ। ਸੋ ਇਸ ਕਰਕੇ ਆਪਾਂ ਪ੍ਰੋਫਿਟ ਮਾਰਜਨ ਦੇਖਿਆ ਕਿ ਪ੍ਰੋਫਿਟ ਮਾਰਜਨ ਵੱਧ ਰਿਹਾ, ਨਾਲ ਦੇ ਨਾਲ ਆਪਾਂ ਦੇਖਿਆ ਕਿ CEO ਦੀ ਬੋਨਸ, ਤਨਖਾਹਾਂ ਇਕੱਲੇ ਨਹੀਂ, ਉਹਨਾਂ ਦੀ ਬੋਨਸ ਵੱਧ ਰਿਹਾ। ਇਹ ਦੋ ਸਬੂਤ ਨਾਲ ਆਪਾਂ ਹੋਰ ਵੀ ਇਕੋਨਮਿਸਟ ਹੈਗੇ ਜਿਹੜੇ ਲੋਕਾਂ ਦੇ ਹੱਕ 'ਚ ਨੇ, ਉਹ ਇਕੋਨਮਿਸਟ ਨੇ ਕਿਹਾ ਕਿ ਹੁਣ ਸਾਨੂੰ ਬੜਾ ਸਾਫ਼ ਦਿਸ ਰਿਹਾ ਕਿ ਕੋਰਪੋਰੇਸ਼ਨ ਆਪਣਾ ਲਾਲਚ ਤੌਰ ਤੇ ਕੀਮਤਾਂ ਵਧਾ ਰਹੇ ਨੇ ਖਰਚੇ ਤੋਂ ਵੀ ਜ਼ਿਆਦਾ। ਤੇ ਇਹ ਇਕੱਲਾ ਫੂਡ ਐਂਡ ਗਰੋਸਰੀ 'ਚ ਵੀ ਨਹੀਂ, ਜੇ ਆਪਾਂ ਤੇਲ ਤੇ ਵੱਡੇ ਕੋਰਪੋਰੇਸ਼ਨ ਦੀ ਗੱਲ ਕਰੀਏ, ਕਈ ਕੰਪਨੀਜ਼ ਨੇ 30 ਸਾਲ ਬਾਅਦ ਸਭ ਤੋਂ ਵੱਧ ਪ੍ਰੋਫਿਟ ਦਿਖਾਈਆਂ ਕਿਉਂਕਿ ਉਹਨਾਂ ਦੇ ਸੈਕਟਰ 'ਚ ਵੀ ਬਹੁਤ ਹੀ ਜ਼ਿਆਦਾ ਪੈਸੇ ਆ ਰਹੇ ਨੇ। ਤੇ UK ਤੇ ਯੂਰਪੀਅਨ ਯੂਨੀਅਨ ਨੇ ਦੋਨਾਂ ਨੇ ਫੈਸਲਾ ਲਿਆ ਤੇ ਹੁਣ ਕਰ ਰਹੇ ਨੇ ਕਿ ਵਿੰਡਫਾਲ ਟੈਕਸ ਕੇ ਇਹ ਵੱਡੇ ਕੋਰਪੋਰੇਸ਼ਨ ਜ਼ਿਆਦਾ ਪੈਸੇ ਬਣਾ ਰਹੇ ਨੇ, ਸੋ ਆਪਾਂ ਉਹਨਾਂ ਦੇ ਉੱਤੇ ਇੱਕ ਐਕਸੈਸ ਪ੍ਰੋਫਿਟ ਜਿਹੜਾ ਵੱਧ ਪੈਸੇ ਬਣਾ ਰਹੇ ਨੇ ਉਹਦੇ ਉੱਤੇ ਆਪਾਂ ਟੈਕਸ ਲਾਈਏ। ਹਾਲਾਂਕਿ ਅੱਜ ਹੀ ਵਿਧਾਨ ਸਭਾ ਦੇ ਵਿੱਚ ਮੈਂ ਇਹ ਗੱਲ ਪੇਸ਼ ਕੀਤਾ ਕਿ CEO ਜਿਹੜਾ ਸ਼ੈਲ ਕੰਪਨੀ ਹੈ, ਬਹੁਤ ਵੱਡਾ ਅਮੀਰ ਆਇਲ ਐਂਡ ਗੈਸ ਕੰਪਨੀ ਹੈ, ਉਸ ਦਾ CEO, ਇੰਟਰਨੈਸ਼ਨਲ CEO, ਉਹਨਾਂ ਨੇ ਆਪ ਬਿਆਨ ਦਿੱਤਾ, ਅਖਬਾਰਾਂ 'ਚ ਵੀ ਛਾਪਿਆ ਗਿਆ ਕਿ ਆਪਾਂ ਐਨਰਜੀ ਕੰਪਨੀਜ਼ ਬਹੁਤ ਜ਼ਿਆਦਾ ਪੈਸੇ ਲੈ ਰਹੇ ਨੇ, ਸਾਨੂੰ ਸਗੋਂ ਸਰਕਾਰਾਂ ਸਾਨੂੰ ਟੈਕਸ ਕਰਨੇ ਚਾਹੀਦੇ ਤੇ ਉਹ ਪੈਸੇ ਲੋਕਾਂ ਨੂੰ ਦੇਣਾ ਚਾਹੀਦਾ ਤਾਂ ਕਿ ਉਹ ਜਿਹੜਾ ਮਹਿੰਗਾ ਗੈਸ ਦਾ ਜੋ ਖਰਚਾ ਉਹਦੇ ਵਿੱਚ ਕੁਝ ਸਹਾਇਤਾ ਹੋਵੇ। CEO ਆਪ ਕਹਿ ਰਿਹਾ, ਅੱਜ ਹੀ ਮੈਂ ਬਿਆਨ ਵਿਧਾਨ ਸਭਾ ਵਿੱਚ ਕਿਹਾ ਤੇ ਮੈਂ ਪ੍ਰਧਾਨ ਮੰਤਰੀ ਨੂੰ ਸਿੱਧਾ ਪੁੱਛਿਆ ਕਿ CEO ਸ਼ੈਲ ਕੰਪਨੀ ਦਾ ਉਹਨੂੰ ਜ਼ਿਆਦਾ ਫਿਕਰ ਹੈ ਲੋਕਾਂ ਬਾਰੇ ਕਿ ਉਹ ਕਿਵੇਂ ਜਿਹੜੇ ਵੱਧ ਰਹੇ ਨੇ ਗੈਸ ਦੇ ਕੀਮਤਾਂ ਦਾ ਕੀ ਕਰਨਗੇ, ਥੋੜ੍ਹ ਤੋਂ ਜ਼ਿਆਦਾ ਫਿਕਰ ਕਰ ਰਿਹਾ। ਇਹ ਕਿਵੇਂ, ਤੁਸੀਂ ਮੈਨੂੰ ਸਮਝਾਓ ਕਿਉਂ ਹੋ ਰਿਹਾ? ਉਹਦਾ ਕੋਈ ਜਵਾਬ ਨਹੀਂ ਸੀਗਾ। ਮੈਂ ਕਿਹਾ ਨਾ ਕਿ ਕੰਜ਼ਰਵੇਟਿਵ ਲੀਡਰ ਨਾ ਤੁਸੀਂ, ਦੋਨਾਂ ਦਾ ਕੋਈ ਹੱਲ ਨਹੀਂ ਹੈਗਾ। CEO ਸ਼ੈਲ ਦਾ ਉਹੀ ਹੱਲ ਪੇਸ਼ ਕਰੇ ਜੋ ਆਪਾਂ ਮੰਗਦੇ ਰਹੇ ਕਿ ਆਪਾਂ ਨਾਲ ਦੀ ਨਾਲ ਹੀ ਆਪਾਂ ਟੈਕਸ ਪਾਈਏ ਉਹ ਐਕਸੈਸ ਪ੍ਰੋਫਿਟ ਤੇ ਲੋਕਾਂ ਨੂੰ ਆਪਾਂ ਕੁਝ ਪੈਸੇ ਭੇਜੀਏ। ਆਪਾਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ 3 ਜਿਹੜੇ ਕਾਨੂੰਨ ਇਸ ਵਕਤ ਵਿਧਾਨ ਸਭਾ ਦੇ ਵਿੱਚ, ਸਭ ਤੋਂ ਪਹਿਲੇ 3 ਕਾਨੂੰਨ ਉਹ ਆਪਣੇ ਕਰਕੇ ਹੋ ਰਹੇ ਨੇ। ਆਪਣੇ ਮੇਰੇ ਆਈਡੀਆ ਸੀ ਕਿ GST ਰੀਬੇਟ ਨੂੰ ਵਧਾਈਏ, ਉਹਦੇ ਨਾਲ ਲੋਕਾਂ ਨੂੰ $500 ਕੁਛ ਹਫ਼ਤਿਆਂ ਦੇ ਵਿੱਚ ਮਿਲ ਜੂ, ਤੇ ਡੈਂਟਲ ਕੇਅਰ ਬੱਚੇ ਦੇ ਜਿਹੜੇ 12 ਸਾਲ ਤੋਂ ਘੱਟ ਬੱਚੇ ਉਹਨਾਂ ਦੀ ਡੈਂਟਲ ਕੇਅਰ, ਨਾਲ ਦੇ ਨਾਲ ਜਿਹੜੇ ਬੰਦੇ ਰੈਂਟ ਕਰਦੇ ਨੇ ਉਹਨਾਂ ਵੀ ਥੋੜ੍ਹੀ ਜਿਹੀ ਸਹਾਇਤਾ। ਇਹ 3 ਜਿਹੜੇ ਬਿਲਸ ਨੇ ਇਸ ਵਕਤ ਵਿਧਾਨ ਸਭਾ ਵਿੱਚ ਹੈਗੇ ਤੇ ਉਹ ਸਾਡੇ ਕਰਕੇ ਪੇਸ਼ ਹੋ ਰਹੇ ਨੇ ਕਿਉਂਕਿ ਆਪਾਂ ਹੀ ਲੜ ਕੇ ਬਾਕੀ ਪਾਰਟੀ ਨੂੰ ਮਨਾਏ, ਜਿਹੜੇ ਪਹਿਲਾਂ ਨਾ ਕਹਿੰਦੇ ਸੀ ਕਿ ਉਹਨੂੰ ਵੀ ਮਨਾਤਾ ਤੇ ਹੁਣ ਇਹ ਲੋਕਾਂ ਲਈ ਛੇਤੀ ਕੁਛ ਪੈਸੇ, ਕੁਛ ਸਪੋਰਟ ਆ ਰਹੀ ਹੈ। ਆਪਣੇ ਗੱਲ ਕਰਦਿਆਂ ਮੈਨੂੰ ਸਾਡੇ ਕਾਲਰ ਦਾ ਟੈਕਸਟ ਆਇਆ, ਸਵਾਲ ਕਹਿ ਲਓ ਜਾਂ ਟਿੱਪਣੀ ਕਹਿ ਲਓ, ਉਹਦੀ ਆਈ ਹੈ ਕਿ NDP ਦੇ ਆਗੂ ਉਹ ਗੱਲਾਂ ਕਰ ਰਹੇ ਨੇ ਜਿਹੜੀਆਂ ਕਿ ਸਿਰਫ ਕਰਨ ਲਈ ਕਰ ਰਹੇ ਨੇ ਔਰ ਇਹਦਾ ਸਲਿਊਸ਼ਨ ਉਹਨਾਂ ਕੋਲ ਸ਼ਾਇਦ ਆਪਣੇ ਆਪ ਵੀ ਨਾ ਹੋਵੇ। ਇਹਦੇ ਤੇ ਤੁਸੀਂ ਵੀ ਕਮੈਂਟ ਕਰ ਦਿਓ, ਪਰ ਤੁਸੀਂ ਆਲਮੋਸਟ ਮੇਰੇ ਸੈਕਿੰਡ ਸਵਾਲ ਦਾ ਆਨਸਰ ਕਰ ਚੁੱਕੇ ਹੋ ਜਿਹੜਾ ਕਿ ਮੈਂ ਕਰਨ ਹੀ ਵਾਲਾ ਸੀਗਾ ਕਿ ਤੁਹਾਡੇ ਆਸਰੇ ਸਰਕਾਰ ਚੱਲਦੀ ਹੈ ਔਰ ਤੁਸੀਂ ਸ਼ਰਤਾਂ ਲਾ ਰਹੇ ਹੋ ਕਿ ਫਲਾਂ ਕੰਮ ਜਿਹੜੇ ਇਸ ਸਾਲ, ਕੁਝ ਕੰਮ ਅਗਲੇ ਬਾਰੇ ਤੇ ਕੁਝ ਕੰਮ 2025 'ਚ ਨਿਬੇੜ ਦਿਓ, ਨਹੀਂ ਫਿਰ ਸਰਕਾਰ ਸਿੱਟਾਂਗੇ। ਔਰ ਪੀਅਰ ਫਾਲੀਐਵ ਦੀ ਜਿਹੜੀ ਧੜੱਲੇਦਾਰ ਜਿੱਤ ਤੋਂ ਬਾਅਦ ਕੁਝ ਨਵੇਂ ਫੈਡਰਲ ਸਿਆਸਤ ਦੇ ਵਿੱਚ ਨਵੇਂ ਰੰਗ ਭਰ ਦਿੱਤੇ ਨੇ ਉਹਨਾਂ ਨੇ। ਸੋ ਤੁਸੀਂ ਕਿੰਨਾ ਕੁ ਇਨ ਲੈਟਰ ਐਂਡ ਸਪਿਰਿਟ ਆਪਣੀਆਂ ਆਖੀਆਂ ਗੱਲਾਂ ਨੂੰ ਲਾਗੂ ਕਰਵਾਓਗੇ? ਇਹ ਬਹੁਤ ਵੱਡਾ ਸਵਾਲ ਹੈ। ਆਪਾਂ ਬਸ ਸਿੱਧੀ ਗੱਲ ਕਹਿਤੀ, ਮੈਂ ਪ੍ਰਧਾਨ ਮੰਤਰੀ ਨੂੰ ਵੀ ਮਿਲਦਾ ਰਹਿਣਾ ਤੇ ਮੈਂ ਇਹਨੂੰ ਸਿੱਧਾ ਕਿਹਾ ਜੇ ਤੁਸੀਂ ਲਾਈਨ ਤੇ ਨਹੀਂ ਆਉਂਦੇ ਤੇ ਜੋ ਕੰਮ ਆਪਾਂ ਲਿਖਤੀ ਸਰੂਪ 'ਚ ਲੋਕਾਂ ਨੂੰ ਪਬਲਿਕਲੀ ਦਿਖਾਇਆ ਕਿ ਆਪਾਂ ਤੋਂ ਫੋਰਸ ਕਰਕੇ ਕਰਾਉਣਾ, ਜੇ ਤੁਸੀਂ ਉਹ ਕੰਮ ਨਹੀਂ ਕਰਦੇ ਆਪਾਂ ਫਿਰ ਸਰਕਾਰ ਨੂੰ ਦੇਖ ਦੇਵਾਂਗੇ ਨਾਲ ਦੇ ਨਾਲ। ਤੇ ਉਹਦੇ ਵਿੱਚ ਆਪਾਂ ਇਹ ਵੀ ਗੱਲ ਕਹੀ ਹੈ ਕਿ ਆਪਾਂ ਹੋਰ ਵੀ ਗੱਲਾਂ ਵੀ ਮੰਗਾਂਗੇ ਜਿਹੜੇ ਆਪਾਂ ਲਿਖਤੀ ਸਰੂਪ 'ਚ ਪੇਸ਼ ਨਹੀਂ ਕੀਤਾ, ਉਹ ਵੀ ਗੱਲਾਂ ਆਪਾਂ ਦੇਖਾਂਗੇ ਜੇ ਤੁਸੀਂ ਕਰਦੇ ਕਿ ਨਹੀਂ। ਸੋ ਜਿਹੜੇ GST ਰੀਬੇਟ ਦੀ ਗੱਲ ਹੈ, ਕਿਉਂਕਿ ਲੋਕ ਹੁਣ ਅੱਜ ਕੱਲ੍ਹ ਕਹਿੰਦੇ ਨੇ ਸਾਨੂੰ ਆਪਾਂ ਕੰਮ ਵੀ ਕਰਦੇ ਹਾਂ, ਆਪਾਂ ਮਿਹਨਤ ਵੀ ਕਰ ਰਹੇ ਹਾਂ, ਪਰ ਸਾਨੂੰ ਗੁਜ਼ਾਰਾ ਕਰਨਾ ਮੁਸ਼ਕਿਲ ਹੈ, ਇਸ ਕਰਕੇ ਆਪਾਂ GST ਰੀਬੇਟ ਨੂੰ ਵਧਾਇਆ। ਉਹ ਰੀਬੇਟ ਕੀ ਆ ਕਿ ਹਰੇਕ ਬੰਦਾ ਜਦੋਂ ਆਪਾਂ GST ਪੇ ਕਰਦੇ ਹਾਂ ਉਹ GST ਦੀ ਹੁਣ ਕੀਮਤਾਂ ਵੱਧ ਗਈ ਕਿਉਂਕਿ ਹਰੇਕ ਚੀਜ਼ ਦੀ ਕੀਮਤ ਵੱਧ ਗਈ। ਸੋ ਉਹਦੇ 'ਚ ਆਪਾਂ ਰੀਬੇਟ ਨੂੰ ਡਬਲ ਕੀਤਾ, 2 ਗੁਣਾ ਵਧਾਤਾ। ਸੋ ਉਹਦੇ 'ਚ ਕੁਛ 12 ਮਿਲੀਅਨ ਕੈਨੇਡੀਅਨਸ ਨੂੰ ਤਕਰੀਬਨ $500 ਸਿੱਧੇ ਉਹਦੇ ਅਕਾਊਂਟ 'ਚ ਜਿਹੜੇ CRA ਰਾਹੀਂ ਉਹਨੂੰ ਵਾਪਸ ਮਿਲਣਗੇ। ਸੋ ਆਪਾਂ ਉਹ ਕੰਮ ਦਵਾਤਾ ਜੋ ਕਿ ਲਿਬਰਲ ਤੇ ਕੰਜ਼ਰਵੇਟਿਵ ਦੋਨੇ ਖਿਲਾਫ ਸੀਗੇ। ਜਦੋਂ ਆਪਾਂ ਗੱਲ ਪੇਸ਼ ਕੀਤੀ ਸੀ ਮਈ ਦੇ ਵਿੱਚ, ਉਹਨਾਂ ਨੇ ਦੋਨਾਂ ਨੇ ਨਾ ਕਿਹਾ, ਆਪਾਂ ਧੱਕੇ ਨਾਲ ਜ਼ੋਰ ਨਾਲ ਲੜ ਕੇ
ਇਹ ਗੱਲ ਮਨਾਤਾ, ਸੋ ਲੋਕਾਂ ਤੱਕ ਪੈਸੇ ਪਹੁੰਚਣਗੇ। ਜਿਹੜੇ ਦੰਦ ਸਭਾਵਾਂ ਉਹ ਵੀ ਪਹਿਲਾ ਜਿਹੜਾ ਕਦਮ ਹੈ 12 ਸਾਲ ਤੇ ਘੱਟ ਬੱਚਿਆਂ ਵਾਸਤੇ ਉਹ ਲਾਗੂ ਹੋਣ ਵਾਲਾ ਆ, ਕਿਉਂਕਿ ਕਾਨੂੰਨ ਇਸ ਵਕਤ ਵਿਧਾਨ ਸਭਾ ਵਿੱਚ ਹੈਗਾ। ਸੋ ਉਹ ਹੋ ਰਿਹਾ, ਕੁਛ ਹਫ਼ਤਿਆਂ 'ਚ ਇਹ ਪਾਸ ਹੋ ਜਾਊਗਾ, ਲੋਕਾਂ ਨੂੰ ਇਹ ਸਹਾਇਤਾ ਮਿਲ ਜੂ। ਤੇ ਨਾਲ ਦੇ ਨਾਲ ਜਿਹੜੇ ਰੈਂਟਲ ਬੈਨੀਫਿਟ ਉਹ ਵੀ ਲੋਕਾਂ ਨੂੰ ਜਿਹੜੇ ਰੈਂਟ ਕਰਦੇ ਨੇ ਉਹਨੂੰ ਵੀ ਸਹਾਇਤਾ ਮਿਲੂਗਾ। ਸੋ ਕੁਛ ਪੈਸੇ ਲੋਕਾਂ ਨੂੰ ਦਿੱਤੇ ਜਾਣਗੇ, ਕੁਛ ਰੈਂਟਲ ਦੇ ਵਿੱਚ ਮਦਦ ਕੀਤੀ ਜਾਊਗੀ, ਤੇ ਦੰਦਾਂ ਦੀ ਸੇਵਾਵਾਂ ਬੱਚਿਆਂ ਵਾਸਤੇ ਉਹ ਸ਼ੁਰੂ ਹੋਊਗੀ। ਅਗਲੇ ਸਾਲ ਬਜ਼ੁਰਗਾਂ ਲਈ 18 ਸਾਲ ਤੇ ਘੱਟ ਬੱਚਿਆਂ ਵਾਸਤੇ ਤੇ ਜਿਹਨਾਂ ਕੋਲ ਹੈਂਡੀਕੈਪ ਉਹਨਾਂ ਲਈ ਦੰਦ ਸੇਵਾਵਾਂ ਵੀ ਹੋਣਗੇ। ਇਹ ਗੱਲਾਂ ਆਪਾਂ ਲੜ ਕੇ ਧੱਕੇ ਨਾਲ ਸਰਕਾਰ ਨੂੰ ਫੋਰਸ ਕਰਕੇ ਕਰਾਈਆਂ, ਜੋ ਕਿ ਆਪਣੇ ਆਈਡੀਆ ਸੀਗੇ, ਜੋ ਆਪਣੇ ਕੈਂਪੇਨ ਦੇ ਵਿੱਚ ਆਪਾਂ ਲੋਕਾਂ ਨੂੰ ਕਿਹਾ ਸੀ ਆਪਾਂ ਕਰਾਂਗੇ, ਹੁਣ ਆਪਾਂ ਕਰਕੇ ਦਿਖਾ ਰਹੇ ਹਾਂ। I'm bit curious to find out, ਜਗਮੀਤ ਸਿੰਘ ਜੀ, ਤੁਹਾਡੇ ਕੋਲੋਂ ਕਿ ਤੁਸੀਂ ਲਗਭਗ ਦੋਨੇ ਸਾਡੇ ਲਈ ਬਹੁਤ ਸਤਿਕਾਰਯੋਗ ਹੋ, ਸਤਿਕਾਰਯੋਗ ਪ੍ਰਧਾਨ ਮੰਤਰੀ ਸਾਹਿਬ, ਸਤਿਕਾਰਯੋਗ ਤੁਸੀਂ ਵਿਰੋਧੀ ਧਿਰ ਦੇ ਵਿੱਚ ਉਹਨਾਂ ਦੀ ਸਪੋਰਟ ਬਣੇ ਹੋਏ ਹੋ, ਲੇਕਿਨ ਉਤਸੁਕਤਾ I'm curious to find out ਕਿ ਜਿਹੜੀਆਂ ਗੱਲਾਂ ਤੁਸੀਂ ਪਾਰਲੀਮੈਂਟ 'ਚ ਖੜਾ ਹੋ ਕੇ ਉਠਾਉਂਦੇ ਹੋ, ਉਹਨਾਂ ਦਾ ਪਾਰਲੀਮੈਂਟ 'ਚ ਉੱਤਰ ਮਿਲਦਾ ਜਾਂ ਨਹੀਂ ਮਿਲਦਾ ਕਈ ਵਾਰ, ਜਾਂ ਮੀਡੀਆ 'ਚ ਗੱਲਾਂ ਕਰਦੇ ਹੋ, ਇਹਦੀ ਇੱਕ ਐਕੋ ਬਣਦੀ ਹੈ ਤੇ ਉਹ ਵੀ ਰਿਸਪੌਂਡ ਕਰਦੇ ਨੇ। ਇਹ ਤਾਂ ਹੋ ਗਈਆਂ ਓਫੀਸ਼ੀਅਲ ਪਲੇਟਫਾਰਮ ਦੀਆਂ ਗੱਲਾਂ। ਵਨਸ ਇਨ ਅ ਵਾਈਲ ਜਦੋਂ ਤੁਸੀਂ ਆਪਸ 'ਚ ਮਿਲਦੇ ਹੋ, ਕਦੀ ਕਦਾਈ ਕੋਈ ਜਿਹੜੀ ਕਿ ਫਾਰਮਲ ਮੀਟਿੰਗ ਜਿਹੜੀ ਹੋ ਗਈ, ਉਦੋਂ ਵੀ ਇਸ ਕਿਸਮ ਦੀ ਗੱਲਬਾਤ ਕਦੇ ਕਦੇ ਹੋ ਜਾਂਦੀ ਹੈ ਕਿ ਬਈ ਅਸੀਂ ਤੁਹਾਡਾ ਸਾਥ ਦੇ ਰਹੇ ਹਾਂ, ਸਾਡੇ ਨਾਲ ਤੁਸੀਂ ਠੀਕ ਠਾਕ ਰਹੋ, ਔਰ ਕਿਉਂਕਿ ਸਾਰੇ ਆਪਣੀ ਜਿੱਤ ਦੀ ਖਾਤਰ, ਆਪਣੀ ਬਿਹਤਰੀ ਦੀ ਖਾਤਰ ਸਾਰੀਆਂ ਪਾਰਟੀਆਂ ਜਿਹੜੀਆਂ ਸਟ੍ਰੈਟਜੀ ਬਣਾਉਂਦੀਆਂ ਨੇ, ਲੇਕਿਨ ਜਦੋਂ 1-on-1 ਮਿਲਦੇ ਹੋ ਕਦੀ ਕਦਾਈ ਅੱਖਾਂ 'ਚ ਅੱਖਾਂ ਪਾ ਕੇ, ਤਾਂ ਉਦੋਂ ਵੀ ਕੋਈ ਇਸ ਕਿਸਮ ਦੀ ਗੱਲਬਾਤ ਹੁੰਦੀ ਹੈ? ਆਪਾਂ ਮਿਲ ਕੇ ਉਹੀ ਗੱਲ ਜਿਹੜਾ ਆਪਾਂ ਪਬਲਿਸ਼ ਕਹਿੰਦੇ ਹਾਂ, ਉਹੀ ਗੱਲ ਆਪਾਂ ਮਿਲ ਕੇ ਕਹਿੰਦੇ ਹਾਂ ਕਿ ਮੇਰਾ ਇੱਕੋ ਹੀ ਮਕਸਦ ਹੈ ਕਿ ਲੋਕਾਂ ਦਾ ਕੁਛ ਭਲਾ ਹੋਵੇ। ਮੈਂ ਇੱਕੋ ਹੀ ਕਾਰਨ ਵਾਸਤੇ ਪੋਲੀਟਿਕਸ ਆਇਆ। ਪਹਿਲਾਂ ਮੇਰਾ ਆਪਣਾ ਵਕਾਲ ਚੱਲ ਰਿਹਾ ਸੀਗਾ ਵਧੀਆ, ਤੇ ਮੈਂ ਰਾਜਨੀਤਿਕ ਖੇਤਰ 'ਚ ਆਇਆ ਸੀ ਕਿ ਲੋਕਾਂ ਦਾ ਕੁਛ ਭਲਾ ਹੋ ਜੇ, ਲੋਕਾਂ ਦੀ ਕੁਛ ਮਦਦ ਕੀਤੀ ਜਾਵੇ। ਤੇ ਆਪਾਂ ਇਸ ਕਰਕੇ ਵੀ ਆਏ ਕਿ ਬਾਕੀ ਪਾਰਟੀ ਡਰਦੇ ਨੇ ਵੱਡੇ ਅਮੀਰਾਂ ਤੋਂ, ਜਿਹੜੇ ਅਮੀਰ ਕਾਰਪੋਰੇਸ਼ਨ ਦੇ ਨਾਲ ਮੁਕਾਬਲਾ ਕਰਨ ਨੂੰ। ਮੈਂ ਸ਼ੁਰੂ ਕੀਤਾ ਸੀਗਾ ਵੱਡੇ ਇੰਸ਼ੋਰੈਂਸ ਕੰਪਨੀ ਨਾਲ ਮੁਕਾਬਲਾ ਕਰਨਾ, ਸੋ ਮੈਨੂੰ ਕੋਈ ਡਰ ਨਹੀਂ ਹੈਗਾ, ਭਾਵੇਂ CEO ਹੋਵੇ, ਕੋਈ ਗਰੋਸਰੀ ਸਟੋਰ ਦਾ ਹੋਵੇ, ਜਾਂ ਕੋਈ ਬੈਂਕ ਦੇ ਨਾਲ ਮੁਕਾਬਲਾ ਕਰਨਾ, ਜਾਂ ਵੱਡੇ ਅਮੀਰ ਸੰਸਥਾਵਾਂ, ਕਿਉਂਕਿ ਮੇਰਾ ਸ਼ੁਰੂ ਤੋਂ ਇਹ ਸੀਗਾ ਕਿ ਆਪਾਂ ਕਿਸੇ ਤੋਂ ਨਹੀਂ ਡਰਨਾ, ਆਪਾਂ ਸਿੱਧੇ ਮੂੰਹ ਤੇ ਗੱਲ ਕਹਿਣੀ ਆ ਕਿ ਤੇ ਆਪਾਂ ਲੋਕਾਂ ਦਾ ਭਲਾ ਵਾਸਤੇ ਕੰਮ ਕਰਨਾ। ਆਪਾਂ ਇੱਕ ਮਜ਼ਦੂਰਾਂ ਦਾ ਪਾਰਟੀ ਸ਼ੁਰੂ ਤੋਂ ਆਪਾਂ ਬਣਿਆ। ਮੈਂ ਵੀ ਕੁਛ ਔਖੇ ਸਮੇਂ ਦੇਖੇ ਮੇਰੇ ਬਚਪਨ ਦੇ ਵਿੱਚ। ਜਦੋਂ ਮੈਂ 20 ਸਾਲ ਦਾ ਸੀਗਾ, ਮੇਰੇ ਪਿਤਾ ਜੀ ਦੇ ਔਖੇ ਸਮੇਂ ਸੀਗੇ, ਉਸ ਕਰਕੇ ਸਾਡਾ ਘਰ ਵੀ ਚਲਾ ਗਿਆ ਸੀ। ਕੁਛ ਸਮਾਂ ਮੇਰਾ ਛੋਟਾ ਵੀਰ ਮੇਰੇ ਨਾਲ ਰਿਹਾ, ਮੈਂ ਉਹਨੂੰ ਪਾਲਿਆ ਜਦੋਂ ਮੈਂ ਯੂਨੀਵਰਸਿਟੀ ਜਾਂਦਾ ਸੀਗਾ। ਤੇ ਮੈਨੂੰ ਉਹ ਉਸ ਸਮੇਂ ਚੇਤੇ ਆ ਜਦੋਂ ਮੈਂ ਕੰਮ ਕਰਦਾ ਸੀਗਾ, ਕਈ ਵਾਰੀ 2 ਨੌਕਰੀਆਂ, 3 ਨੌਕਰੀਆਂ, ਆਪਣੇ ਗੁਜ਼ਾਰਾ ਲਈ ਇਕੱਲੇ। ਮੇਰੇ ਛੋਟੇ ਵੀਰ ਜਿਹੜੇ ਮੇਰੇ ਤੋਂ 5 ਸਾਲ ਛੋਟਾ ਸੀ, ਹਾਈ ਸਕੂਲ ਜਾਂਦਾ ਸੀ, ਮੈਂ ਕਾਲਜ ਜਾਂਦਾ ਸੀ। ਸੋ ਮੈਨੂੰ ਉਸ ਸਮਾਂ ਯਾਦ ਆ ਕਿ ਕਿੰਨਾ ਔਖਾ ਹੁੰਦਾ ਸੀਗਾ। ਤੇ ਇਸ ਕਰਕੇ ਜੋ ਕੰਮ ਆਪਾਂ ਕਰਦੇ ਹਾਂ ਉਹ ਲੋਕਾਂ ਦੇ ਭਲਾ ਵਾਸਤੇ, ਮਜ਼ਦੂਰਾਂ ਵਾਸਤੇ, ਜਿਹੜੇ ਕੰਮ ਕਰਦੇ ਨੇ ਲੋਕ, ਜਿਹੜੇ ਜ਼ਿਆਦਾ ਅਮੀਰ ਨੇ ਉਹਨਾਂ ਦਾ ਆਲਰੇਡੀ ਸਿਸਟਮ ਉਹਨਾਂ ਲਈ ਬਣਿਆ, ਜਿਹੜੇ ਆਮ ਲੋਕ ਹੈਗੇ ਉਹਨਾਂ ਲਈ ਕੋਈ ਆਵਾਜ਼ ਦੀ ਲੋੜ ਹੈ। ਇਸ ਕਰਕੇ ਆਪਾਂ ਇਹ ਕੰਮ ਕਰ ਰਹੇ ਹਾਂ। ਸਰਦਾਰ ਜਗਮੀਤ ਸਿੰਘ ਜੀ, ਰੈਫਰੈਂਡਮ ਹੋਇਆ, ਰੈਫਰੈਂਡਮ ਦੇ ਵਿੱਚ ਵੱਡੇ ਕਲੇਮਸ ਹੋ ਗਏ, ਚਲੋ ਜੋ ਹੋ ਗਿਆ ਉਹ ਤਾਂ ਹੋ ਗਿਆ, ਲੇਕਿਨ ਰੈਫਰੈਂਡਮ ਤੋਂ ਬਾਅਦ 6 ਫॉर ਜਸਟਿਸ ਦੇ ਰੈਫਰੈਂਡਮ ਦੀ ਗੱਲ ਕਰਦਾ ਮੈਂ, ਤੋਂ ਬਾਅਦ ਕੈਨੇਡਾ ਦਾ ਤੇ ਭਾਰਤ ਦਾ ਆਪਸ ਵਿੱਚ ਐਲਾਨਾਂ ਤੇ ਬਿਆਨਾਂ ਦਾ ਇੱਕ ਸਿਲਸਿਲਾ ਸ਼ੁਰੂ ਹੋ ਗਿਆ। ਇਹਨਾਂ ਨੇ ਕੁਝ ਕਿਹਾ ਕਿ ਤੁਹਾਡੇ ਮੁਲਕ ਦੇ ਵਿੱਚ ਆਉਣਾ ਸੇਫ ਨਹੀਂ ਹੈ, ਉਹ ਆਂਦੇ ਨੇ ਕਿ ਇੱਥੇ ਸੇਫ ਨਹੀਂ ਹੈ, ਵਗੈਰਾ ਵਗੈਰਾ। ਕੁਝ ਵੈਂਡਲਾਈਜੇਸ਼ਨ ਹੋ ਗਈਆਂ ਨੇ ਧਾਰਮਿਕ ਅਦਾਰਿਆਂ ਦੀਆਂ। Where do you stand in this kind of altogether a different phenomenon, different atmosphere that we are seeing nowadays? ਕੁਛ ਜਾਣ ਬੁੱਝ ਕੇ ਲੋਕ ਡਿਵੀਜ਼ਨ ਪਾਉਣ ਨੂੰ ਕੋਈ ਝੂਠੀ ਗਮਰਾਈ ਜਾਂ ਝੂਠੀ ਗਵਾਹੀ ਦੇ ਰਹੇ ਨੇ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਜਿਹੜੀ ਸਿੱਧੀ ਗੱਲ ਹੈ ਕਿ ਹਰੇਕ ਬੰਦੇ ਦਾ ਹੱਕ ਬਣਦਾ ਕਿ ਉਹ ਆਜ਼ਾਦ ਹੋਣਾ, ਨਹੀਂ ਹੋਣਾ। ਰੋਜ਼ ਮੇਰੇ ਨਾਲ ਦੀ ਪਾਰਟੀ ਜਿੱਥੇ ਮੈਂ ਬੈਠਾ NDP, ਸਾਡੇ ਨਾਲ ਦਾ ਪਾਰਟੀ ਬਲਾਕ ਪਾਰਟੀ ਹੈ, ਉਹਨਾਂ ਦਾ ਮਕਸਦ ਹੈ ਕਿ ਕੁਬੈਕ ਨੂੰ ਆਜ਼ਾਦ ਕਰਨਾ। ਉਹ ਕੋਈ ਮਾੜੀ ਗੱਲ ਨਹੀਂ। ਆਪਾਂ ਕੈਨੇਡਾ ਨੂੰ ਇਕੱਠਾ ਰੱਖਣਾ ਚਾਹੁੰਦੇ ਹਾਂ, ਉਹ ਅਲੱਗ ਕਰਨਾ ਚਾਹੁੰਦੇ ਹਾਂ। ਨਾ ਉਹਨੂੰ ਆਪਾਂ ਕੈਦ ਕਰਦੇ, ਨਾ ਉਹਨਾਂ ਨੂੰ ਆਪਾਂ ਕੋਈ ਹਿੰਸਾ ਕਰਦੇ ਉਹਦੇ ਉੱਤੇ। ਉਹਨਾਂ ਦਾ ਹੱਕ ਹੈ ਤੇ ਹਰੇਕ ਇਨਸਾਨ ਦੁਨੀਆ ਭਰ ਉਹਨਾਂ ਦਾ ਹੱਕ ਹੈ ਕਿ ਜੇ ਉਹ ਆਜ਼ਾਦੀ ਦੀ ਗੱਲ ਕਰਨੀ ਹੈ ਕਰ ਸਕਦੇ। ਤੇ ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਕਿ ਕਿਸੇ ਧਰਮ ਦੇ ਵਿਰੁੱਧ, ਕਿਸੇ ਲੋਕੀ ਦੇ ਵਿਰੁੱਧ।
ਹਾਂ ਜ਼ਰੂਰ ਕਿਸੇ ਸਰਕਾਰ ਦੀ ਵਿਰੋਧ ਹੋ ਸਕਦਾ, ਤੇ ਉਹ ਤਾਂ ਲੋਕਾਂ ਦੇ ਵੀ ਹੱਕ ਹੈ। ਜੇ ਕੋਈ ਸਕਾਟਲੈਂਡ ਦੇ ਵਿੱਚ ਉਹਨਾਂ ਨੇ ਆਪਣੀ ਆਜ਼ਾਦੀ ਦੀ ਰੈਫਰੈਂਡਮ ਪਾਈ ਕਿਉਂਕਿ ਉਹਨੂੰ UK ਦੀ ਗੱਲਾਂ ਪਸੰਦ ਨਹੀਂ, ਤੇ ਇਤਿਹਾਸਿਕ ਤੌਰ ਤੇ ਨਹੀਂ ਪਸੰਦ ਨਹੀਂ, ਤੇ ਈਵਨ ਅੱਜ ਕੱਲ੍ਹ ਨੂੰ ਪਸੰਦ ਨਹੀਂ, ਉਹਨਾਂ ਦਾ ਹੱਕ ਹੈ। ਉਸੇ ਰੂਪ 'ਚ ਕਿਸੇ ਵੀ ਧਰਤੀ ਤੇ ਜੇ ਕੋਈ ਵੀ ਲੋਕ ਆਪਣੀ ਆਜ਼ਾਦੀ ਚਾਹੁੰਦੇ ਨੇ ਜਾਂ ਪਾਲਦੇ ਨੇ, ਉਹਨਾਂ ਦਾ ਹੱਕ ਬਣਦਾ, ਉਹ ਮੰਗ ਸਕਦੇ। ਆਖਰੀ ਸਵਾਲ ਸਾਡੇ ਅੰਤਰਰਾਸ਼ਟਰੀ ਸੰਬੰਧਾਂ ਬਾਰੇ, ਵੱਖੋ ਵੱਖਰੇ ਮੁਲਕਾਂ ਦੇ ਨਾਲ ਜਿਨ੍ਹਾਂ 'ਚ ਭਾਰਤ ਵੀ ਸ਼ਾਮਲ ਹੈ। ਵੀਰ ਜੀ ਨਾਲ ਦੇ ਨਾਲ ਮੈਨੂੰ ਕਹਿਣਾ ਚਾਹੀਦਾ, ਪਰ ਕਿਸੇ ਹੋਰ ਧਰਮ ਦੇ ਉੱਤੇ ਹੁਣ ਜੇ ਸਿੱਖ ਆਪਣਾ ਆਜ਼ਾਦ ਦੇਸ਼ ਮੰਗਦੇ ਨੇ, ਚੰਗੀ ਗੱਲ ਹੈ, ਪਰ ਕਿਸੇ ਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਆਪਾਂ ਜਾਂ ਕੋਈ ਮਸਜਿਦ ਜਾਂ ਮੰਦਿਰ ਜਾਂ ਗੁਰਦੁਆਰਾ ਧਾਰਮਿਕ ਅਸਥਾਨ ਦੇ ਉੱਤੇ ਕੋਈ ਵੈਂਡਲਿਜ਼ਮ ਹੋਣਾ ਨਹੀਂ ਚਾਹੀਦਾ। ਉਹ ਤਾਂ ਸਾਰਿਆਂ ਨੂੰ ਪਤਾ, ਉਹ ਤਾਂ ਹੋਣਾ ਨਹੀਂ ਚਾਹੀਦਾ, ਤੇ ਜਿੱਥੇ ਹੁੰਦਾ ਉਹ ਗਲਤ ਆ ਆਬਵੀਅਸਲੀ। ਜੇ ਅਸੀਂ ਚਾਈਨਾ ਨੂੰ ਕਹਿੰਦੇ ਹਾਂ ਕਿ ਤੁਸੀਂ ਆਪਣੇ ਜਿਹੜੇ ਵੀਗਰ ਮੁਸਲਮਾਨਾਂ ਦਾ ਖਿਆਲ ਕਰੋ, ਜਾਂ ਤਾਇਵਾਨ ਦੀ ਗੱਲ ਕਰਦੇ ਆ ਜਾਂ ਹਾਂਗਕਾਂਗ ਦੀ ਗੱਲ ਕੀਤੀ ਸੀਗੀ, ਉਹ ਆਂਦਾ ਕਿ ਤੁਸੀਂ ਆਪਣੇ ਇੰਡੀਜਨਸ ਨਾਲ ਜੋ ਲੋਕਾਂ ਨਾਲ ਕੀਤਾ ਹੈਗਾ ਉਹਦਾ ਖਿਆਲ ਕਰੋ। ਇਵੇਂ ਜਿਵੇਂ ਈਰਾਨ ਦੀ ਗੱਲ ਹੈ, ਹੁਣ ਈਰਾਨ ਦੇ ਜਿਹੜੀ ਮਾਰੀ ਗਈ ਲੜਕੀ ਹੈਗੀ ਆ, ਇਹਦੇ ਵਿਖਾਵੇ ਹੋ ਰਹੇ ਨੇ ਸਾਰੇ ਦੁਨੀਆ ਦੇ ਵਿੱਚ, ਤਾਂ ਉਹ ਇਰਾਨੀਅਨ ਮੂਲ ਦੇ ਲੋਕ ਕਹਿੰਦੇ ਨੇ ਕਿ ਇੱਕ ਬੰਨੇ ਤਾਂ ਅਸੀਂ ਉਹਨਾਂ ਨਾਲ ਕਈ ਕਿਸਮ ਦੀਆਂ ਬਿਜ਼ਨਸ ਦੀਆਂ ਸਾਂਝਾਂ ਜਾਂ ਹੋਰ ਸਟ੍ਰੈਟਜੀ ਦੇ ਲਿਹਾਜ਼ ਨਾਲ ਉਹਨਾਂ ਵਿਰੋਧ ਨਹੀਂ ਕਰ ਰਹੇ, ਪਰ ਇਵੇਂ ਜਿਵੇਂ ਯੂਕਰੇਨ ਦੀ ਗੱਲ ਕਰਦੇ ਆ, ਅੱਜ ਵਲਾਦੀਮੀਰ ਪੁਟਿਨ ਨੇ ਰਸ਼ੀਆ ਦੇ ਜਿਹੜੇ ਰਾਸ਼ਟਰਪਤੀ ਨੇ, ਉਹਨਾਂ ਨੇ ਅਮਰੀਕਾ ਨੂੰ ਘੂਰਿਆ ਕਿ ਤੁਸੀਂ ਹੁਣ ਆਪਣੇ ਹਥਿਆਰਾਂ ਦੀ ਮਦਦ ਕਰਨੀ ਬੰਦ ਕਰੋ, ਵਰਨਾ ਲੜਾਈ ਬਹੁਤ ਵੱਧ ਜਾਣੀ ਹੈ। ਵੇਅਰ ਡੂ ਵੀ ਸਟੈਂਡ ਐਜ਼ ਫਾਰ ਐਜ਼ ਆਵਰ ਇੰਟਰਨੈਸ਼ਨਲ ਇਮੇਜ ਇਜ਼ ਕੰਸਰਨ? ਜਿਵੇਂ ਆਪਾਂ ਦੂਜੇ ਦੇਸ਼ਾਂ ਦਾ ਨਿਖੇਧੀ ਕਰਦੇ ਹਾਂ, ਉਹ ਗੱਲ ਬਣਦੀ ਹੈ, ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਉੱਥੇ ਜ਼ਰੂਰ ਸਾਨੂੰ ਨਿਖੇਧੀ ਕਰਨੀ ਚਾਹੀਦੀ, ਪਰ ਨਾਲ ਦੇ ਨਾਲ ਸਾਨੂੰ ਆਪ ਵੀ ਮੰਨਣਾ ਪੈਣਾ ਕਿ ਜੋ ਮੂਲ ਨਿਵਾਸੀ ਲੋਕਾਂ ਨਾਲ ਹੋਇਆ ਤੇ ਜੋ ਹੋ ਰਿਹਾ ਉਹ ਵੀ ਗਲਤ ਹੈ, ਤੇ ਬਾਕੀ ਦੇਸ਼ ਵੀ ਇਲਜ਼ਾਮ ਲਾ ਸਕਦੇ ਨੇ ਸਾਡੇ ਤੇ ਇਹ ਜਿਹੜੀ ਬੇਇਨਸਾਫੀ ਹੈ ਇਹਨੂੰ ਠੀਕ ਕਰਨਾ ਚਾਹੀਦਾ। ਆਪਾਂ ਬਹੁਤ ਚਿਰ ਤੋਂ, ਮੈਂ ਖੁਦ ਦਾਸ ਮੈਂ ਆਪ ਕਈ ਵਾਰੀ ਕਿਹਾ ਕਿ ਜਿਹੜੇ ਪਾਣੀ ਦੀ ਗੱਲ ਜਾਂ ਪਾਣੀ ਦਾ ਮਸਲਾ ਹਾਲੇ ਵੀ ਮੂਲ ਨਿਵਾਸੀ ਲੋਕ ਹੈਗੇ ਜਿਨ੍ਹਾਂ ਕੋਲ ਪੀਣ ਜੋਗੀ ਪਾਣੀ ਹੈ ਨਹੀਂ, ਇਹ ਬਿਲਕੁਲ ਗਲਤ ਹੈ, ਇਹ ਠੀਕ ਹੋਣਾ ਚਾਹੀਦਾ, ਤੇ ਉਹਨੂੰ ਬਰਾਬਰ ਦੇ ਹੱਕ ਨਹੀਂ ਮਿਲਦੇ, ਬਰਾਬਰ ਦੇ ਸਹੂਲਤ ਨਹੀਂ ਮਿਲਦੇ। ਉਹਨਾਂ ਦਾ ਜੋ ਨੁਕਸਾਨ ਪਿਆ ਰੈਜ਼ੀਡੈਂਸ਼ੀਅਲ ਸਕੂਲਸ ਕਰਕੇ, ਜਿੱਥੇ ਜਾਣ ਬੁੱਝ ਕੇ ਮੂਲ ਨਿਵਾਸੀ ਲੋਕਾਂ ਦਾ ਧਰਮ, ਮੂਲ ਨਿਵਾਸੀ ਲੋਕਾਂ ਦੀ ਬੋਲੀ, ਸੱਭਿਆਚਾਰ, ਵਿਰਸਾ ਸਾਰਾ ਖੋਇਆ ਗਿਆ, ਤੇ ਕਿੰਨੇ ਬੱਚੇ ਨੂੰ ਤੇ ਉਹਨਾਂ ਦੇ ਗਾਂ ਬੱਚੇ ਦੇ ਬੱਚੇ ਉੱਥੇ ਤੱਕ ਨੁਕਸਾਨ ਪਿਆ। ਸੋ ਇਹ ਗੱਲਾਂ ਸਹੀ ਨੇ ਕਿ ਇਹ ਹੋਇਆ, ਤੇ ਜੋ ਇਤਿਹਾਸ ਤੇ ਜੋ ਅੱਜ ਦੀ ਸੱਚਾਈ ਸਾਨੂੰ ਵੀ ਆਪਣੇ ਦੇਸ਼ ਹੀ ਮੰਨਣਾ ਚਾਹੀਦਾ। ਪਰ ਜੋ ਈਰਾਨ 'ਚ ਹੋ ਰਿਹਾ ਬਿਲਕੁਲ ਗਲਤ ਹੈ ਕਿ ਔਰਤਾਂ ਨਾਲ ਧੱਕਾਸ਼ਾਹੀ। ਮੈਂ ਖੁਦ ਇਰਾਨੀ ਕਮਿਊਨਿਟੀ ਨਾਲ ਖੜਾ ਸੀ ਉੱਥੇ ਵੈਨਕੂਵਰ ਵਿਖੇ ਜਦੋਂ ਉਹਨਾਂ ਨੇ ਰੈਲੀ ਕੀਤੀ, ਕਿਉਂਕਿ ਜਿੱਥੇ ਕਿਸੇ ਧਰਮ ਨਾਲ, ਕਿਸੇ ਲੋਕਾਂ ਨਾਲ, ਕਿਸੇ ਖਾਸ ਕਰਕੇ ਔਰਤਾਂ ਨਾਲ ਕਿਸੇ ਕਿਸਮ ਦਾ ਓਪਰੈਸ਼ਨ ਹੋਵੇ, ਧੱਕਾਸ਼ਾਹੀ, ਵਾਇਲੈਂਸ ਹੋਵੇ, ਓਪਰੈਸ਼ਨ, ਉੱਥੇ ਇੱਕ ਮਨੁੱਖੀ ਅਧਿਕਾਰਾਂ ਦਾ ਪ੍ਰੇਮੀ ਹੋਣ ਕਰਕੇ, ਇੱਕ ਓਮਕਾਰ ਦੀ ਪ੍ਰੇਮੀ ਹੋਣ ਕਰਕੇ ਮੈਨੂੰ ਇਹ ਹੈ ਕਿ ਜਿੱਥੇ ਇੱਕ ਬੰਦੇ ਨਾਲ ਧੱਕਾ ਤਾਂ ਸਾਡੇ ਸਾਰੇ ਨਾਲ ਹੁੰਦਾ। ਸੋ ਸਾਨੂੰ ਇੱਕ ਏਕਤਾ ਦੇ ਨਾਲ ਸਾਰੇ ਕਮਿਊਨਿਟੀਜ਼ ਨਾਲ ਸਾਨੂੰ ਸੋਲੀਡੇਰਿਟੀ ਜਾਂ ਏਕਤਾ ਦਿਖਾਉਣਾ ਚਾਹੀਦਾ ਕਿ ਹਾਂਜੀ ਆਪਾਂ ਤੁਹਾਡੇ ਨਾਲ ਹੈ, ਜੇ ਤੁਹਾਡੇ ਨਾਲ ਵੀ ਕੁਛ ਹੁੰਦਾ ਆਪਾਂ ਵੀ ਆਵਾਜ਼ ਬੁਲੰਦ ਕਰਾਂਗੇ, ਜੇ ਸਾਡੇ ਨਾਲ ਵੀ ਹੁੰਦਾ ਆਪਾਂ ਆਸ ਕਰਦੇ ਕਿ ਉਹ ਵੀ ਸਾਨੂੰ ਦੱਸਣ ਕਿ ਜੋ ਗੱਲਾਂ ਗਲਤ ਨੇ ਉਹ ਗਲਤ ਨੇ, ਜੋ ਠੀਕ ਨੇ ਠੀਕ ਨੇ। ਆਖਰੀ ਸਵਾਲ ਫੇਰ ਮੈਂ ਭਾਰਤ ਬਾਰੇ ਕਰਨਾ ਚਾਹੁੰਦਾ, ਆਪਣਾ ਕਨਕਲੂਡਿੰਗ ਜਿਹੜਾ ਰਿਮਾਰਕ ਦੇ ਦਿਓ ਉਹਦੇ ਉੱਤੇ, ਕਿ ਮੈਂ ਇੱਕ ਵਾਰ ਸਟੀਵਨ ਹਾਰਪਰ ਸਾਹਿਬ ਨੂੰ ਸਵਾਲ ਕੀਤਾ ਸੀਗਾ ਕਿਬੈਕ ਦੇ ਰੈਫਰੈਂਡਮ ਬਾਰੇ। ਉਹ ਕਹਿੰਦੇ ਕਿ ਰੈਫਰੈਂਡਮ ਹੁੰਦਾ ਫਿਰ ਹੋ ਜਾਂਦਾ ਹੈ, ਅਸੀਂ ਰੋਕ ਨਹੀਂ ਸਕਦੇ, ਪਰ ਵੀ ਹੈਵ ਮੈਨੀ ਚੈਕਸ ਐਂਡ ਬੈਲੈਂਸਿਸ, ਇਟ ਵੋਂਟ ਹੈਪਨ, ਆਈ ਕੈਨ ਅਸ਼ੋਰ ਯੂ ਦੈਟ। ਇਹ ਉਹਨਾਂ ਨੇ ਬਹੁਤ ਛੋਟੀ ਜਿਹੀ ਇੱਕ ਮੁਲਾਕਾਤ ਦੇ ਵਿੱਚ ਮੈਨੂੰ ਆਖਿਆ ਸੀਗਾ। ਖੈਰ, ਪਰ ਤੁਸੀਂ ਇਹ ਕਹਿ ਰਹੇ ਹੋ ਕਿ ਇਸ ਧਰਤੀ ਤੇ ਕਿਸੇ ਰੈਫਰੈਂਡਮ ਨੂੰ ਅਸੀਂ ਰੋਕ ਨਹੀਂ ਸਕਦੇ, ਅਸੀਂ ਆਜ਼ਾਦ ਜਿਹੜੀਆਂ ਇਹ ਫਿਜ਼ਾਵਾਂ ਨੇ ਉੱਤੇ ਅਸੀਂ ਖੰਭ ਨਹੀਂ ਕੁਤਰ ਸਕਦੇ, ਪਰ ਕੀ ਕੈਨੇਡਾ ਦੀ ਧਰਤੀ ਦੇ ਉੱਤੇ ਕਿਸੇ ਹੋਰ ਮੁਲਕ ਦੇ ਵਿੱਚ ਟੁੱਟ ਭੱਜ ਹੋ ਜਾਵੇ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ? ਇੱਕ ਤੇ ਇਹ ਸਵਾਲ ਹੈ, ਤੇ ਦੂਜੀ ਗੱਲ ਹੈ ਕਿ ਕਾਫੀ ਲੰਬਾ ਸਮਾਂ ਭਾਰਤ ਨਾਲ ਰਿਲੇਸ਼ਨ ਠੀਕ ਠਾਕ ਨਹੀਂ ਸੀ ਰਹੇ। ਉਹ ਮੇਰਾ ਖਿਆਲ ਕੁਝ ਪੁਰਾਣੇ ਨਿਊਕਲੀਅਰ ਤਜਰਬਿਆਂ ਬਾਰੇ ਕੁਝ ਐਸੀ ਗੱਲ ਹੋਈ ਸੀਗੀ ਕਿ ਅਸੀਂ ਉਹਨਾਂ ਨਾਲ ਤਾਲੁਕਾਤ ਆਪਣੇ ਬਿਹਤਰ ਨਹੀਂ ਸੀ ਰੱਖ ਸਕੇ, ਪਰ ਹੁਣ ਆਉਣ ਵਾਲਾ ਸਮਾਂ ਦੱਸਦੇ ਨੇ ਕਿ ਭਾਰਤ ਦਾ ਹੈ ਤੇ ਐਡੀ ਵੱਡੀ ਇਕੋਨਮੀ ਦੇ ਨਾਲ ਡੂ ਵੀ ਰੀਲੀ ਅਫੋਰਡ ਕਿ ਅਸੀਂ ਕੁਝ ਉਹਨਾਂ ਨਾਲ ਵਿਗਾੜ ਲਈਏ, ਆਪਣਾ ਮਨ ਮੁਟਾਓ ਹੋ ਜਾਵੇ? ਹਰੇਕ ਦੇਸ਼ ਨਾਲ ਰਿਲੇਸ਼ਨਸ਼ਿਪ ਰੱਖਣਾ ਮੇਰੇ ਪੱਖੋਂ ਤਾਂ ਜ਼ਰੂਰੀ ਹੈ। ਕੋਈ ਵੀ ਦੇਸ਼ ਹੋਵੇ, ਭਾਵੇਂ ਉੱਥੇ
ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਾਂ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀਆਂ ਨੇ। ਈਰਾਨ ਦੀ ਵੀ ਐਗਜ਼ਾਮਪਲ ਕਈ ਕਹਿੰਦੇ ਨੇ ਕਿ ਸ਼ਾਇਦ ਸਾਨੂੰ ਆਪਣਾ ਐਮਬੈਸੀ ਦੀ ਗੱਲ ਕਰ ਰਹੇ ਨੇ ਕਿ ਐਮਬੈਸੀ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਉੱਥੇ ਡਿਪਲੋਮੈਟਸ ਜਾਣ ਨਾ ਜਾਣ। ਤਾਂ ਸਾਡਾ ਪੋਜੀਸ਼ਨ ਹਰ ਵਕਤ ਰਿਹਾ ਕਿ ਡਿਪਲੋਮੇਸੀ ਦੇ ਨਾਲ, ਗੱਲਾਂ ਬਾਤਾਂ ਦੇ ਨਾਲ, ਰਿਲੇਸ਼ਨਸ਼ਿਪ ਰੱਖ ਕੇ ਹੀ ਆਪਾਂ ਕੁਛ ਬਿਹਤਰ ਸਮਾਜ ਬਣਾ ਸਕਦੇ ਹਾਂ। ਤੇ ਕਿਸੇ ਨਾਲ ਨਹੀਂ ਗੱਲ ਕਰਨ ਤੋਂ ਆਪਾਂ ਗਾਂਹ ਨਹੀਂ ਵੱਧ ਸਕਦੇ। ਤੇ ਉਸੇ ਐਗਜ਼ਾਮਪਲ ਮੈਂ ਇੰਡੀਆ ਨਾਲ ਵਰਤ ਸਕਦਾ, ਭਾਵੇਂ ਉੱਥੇ ਇਸ ਵਕਤ ਜੋ ਸਰਕਾਰ ਹੈ ਉਹਨਾਂ ਨੇ ਜਾਣ ਕੇ ਡਿਵਾਈਡਸ ਪਾਈਆਂ, ਇੱਕ ਕਮਿਊਨਿਟੀ ਤੋਂ ਦੂਜੇ ਨਾਲ ਕਮਿਊਨਿਟੀ ਨਾਲ ਲੜਾਇਆ। ਮੋਦੀ ਦਾ ਆਲਰੇਡੀ ਰੈਪੂਟੇਸ਼ਨ ਵੀ ਇੱਕ ਉਹਦੇ ਉੱਤੇ ਇਲਜ਼ਾਮ ਲਾਇਆ ਕਿ ਉਹ ਨਸਲਕੁਸ਼ੀ ਮੁਸਲਮਾਨਾਂ ਗੁਜਰਾਤ ਦੇ ਵਿੱਚ ਕੀਤਾ। ਸੋ ਉਹ ਜੋ ਕਰ ਰਿਹਾ, ਜੋ ਪੱਤਰਕਾਰਾਂ ਨੂੰ ਚੁੱਪ ਕਰ ਰਿਹਾ, ਜਾਂ ਜਿਹੜਾ ਲੋਕ ਨਿਖੇਧੀ ਕਰਦੇ ਉਹਨੂੰ ਕੈਦ ਕਰ ਰਿਹਾ, ਜੋ ਜ਼ੁਲਮ ਕਰ ਰਿਹਾ, ਉਹ ਗਲਤ ਹੈ। ਨੈਚੁਰਲੀ ਆਪਾਂ ਇਹਦੇ ਬਿਲਕੁਲ ਸਖਤ ਤਰੀਕੇ ਨਾਲ ਨਿਖੇਧੀ ਕਰਦੇ ਹਾਂ, ਪਰ ਨਾਲ ਦੇ ਨਾਲ ਰਿਲੇਸ਼ਨਸ ਵੀ ਸਾਨੂੰ ਰੱਖਣਾ ਚਾਹੀਦਾ ਸਾਰੇ ਦੇਸ਼ਾਂ ਦੇ ਨਾਲ। ਈਵਨ ਚੀਨ ਦੇ ਨਾਲ ਜਦੋਂ ਸਾਡਾ ਵੀ ਮਸਲਾ ਚੱਲ ਰਿਹਾ ਸੀ ਕਿ ਸਾਡੇ ਕੈਨੇਡੀਅਨਸ ਵੀ ਉੱਥੇ ਫਸੇ ਸੀਗੇ ਨਜਾਇਜ਼ ਕਾਰਨ ਤੋਂ, ਉਦੋਂ ਵੀ ਆਪਾਂ ਰਿਲੇਸ਼ਨਸ਼ਿਪ ਰੱਖੇ, ਗੱਲਾਂ ਬਾਤਾਂ ਕੀਤੀਆਂ ਤੇ ਉਹਦਾ ਹੱਲ ਫਿਰ ਹੋ ਗਿਆ। ਸੋ ਇਸੇ ਰੂਪ 'ਚ ਮੈਂ ਕਹਿੰਦਾ ਕਿ ਸਾਨੂੰ ਕੀ ਤੁਸੀਂ ਕਦੇ ਕੋਸ਼ਿਸ਼ ਕੀਤੀ ਆ ਜਗਮੀਤ ਸਿੰਘ ਜੀ, ਜਾਂ ਪਲਾਨ ਹੈ ਤੁਹਾਡੀ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਭਾਰਤ ਦਾ ਦੌਰਾ ਕਰੋਗੇ? ਹੈਵ ਯੂ ਐਵਰ ਟਰਾਈਡ? ਮੇਰਾ ਫੋਕਸ ਇੱਥੇ ਕੈਨੇਡਾ ਦਾ ਹੈਗਾ ਆ, ਤੇ ਜਦੋਂ ਮੈਂ ਪ੍ਰਧਾਨ ਮੰਤਰੀ ਬਣੂਗਾ ਤਾਂ ਫਿਰ ਮੈਂ ਉਸੇ ਪ੍ਰਧਾਨ ਮੰਤਰੀ ਦੇ ਰੋਲ ਦੇ ਵਿੱਚ ਸਾਰੇ ਦੇਸ਼ ਜਾਣ ਨੂੰ ਤਿਆਰ ਹੋਊਗਾ, ਜਿੱਥੇ ਵੀ ਆਪਾਂ ਕੋਈ ਕੈਨੇਡੀਅਨਸ ਨੂੰ ਕੋਈ ਫਾਇਦਾ ਆਪਾਂ ਉਠਾ ਸਕਦੇ ਹਾਂ, ਕੈਨੇਡੀਅਨਸ ਵਾਸਤੇ ਉਠਾ ਸਕਦੇ ਹਾਂ, ਕੈਨੇਡੀਅਨ ਬਿਜ਼ਨੈਸਿਸ ਵਾਸਤੇ, ਕੈਨੇਡੀਅਨ ਕੰਮ ਕਰਨ ਵਾਲੇ ਬੰਦੇ ਵਾਸਤੇ। ਸਾਡੀਆਂ ਸ਼ੁਭ ਸ਼ਾਮਾਂ ਤੁਹਾਡੇ ਨਾਲ ਜੀ। ਵਿਸ਼ ਯੂ ਆਲ ਦ ਬੈਸਟ। ਥੈਂਕ ਯੂ ਫॉर योर टाइम टुडे। This is Sherry Punjab Radio AM 600 Vancouver.